425 425 पेज नंबर ਕੱਢੋਗੇ। ਇਸ ਦੇ ਵਿੱਚ ਹੀ ਥੋੜਾ ਥੋੜਾ ਕੁਝ ਹੋਰ ਟੱਚ ਕਰਦੇ ਜਾਵਾਂਗੇ, ਜਿਵੇਂ ਵਾਟ ਇਜ਼ ਕੀ ਮੈਨੇਜਰੀਅਲ ਪਰਸੋਨਲ, ਠੀਕ ਹੈ, ਬੋਰਡ ਦੀ ਕੰਪੋਜੀਸ਼ਨ ਕੀ ਹੈ, ਇੰਡੀਪੈਂਡੈਂਟ ਡਾਇਰੈਕਟਰਸ, ਥੋੜਾ ਥੋੜਾ ਉਹ ਡਿਟੇਲ ਚ ਡਿਸਕਸ ਕਰਾਂਗੇ। फर्स्ट है एनुअल जर्नल मीटिंग। अपन ने पहले डिस्कस किया सी, मैं एक बार रिवाइज कर रही हाँ, डिटेल च नहीं किया सी, सिर्फ थोड़ा थोड़ा पार्ट किया सी। आज सारी मीटिंग्स डिटेल च करांगे। एनुअल जर्नल मीटिंग एज द नेम सजेस्ट शुड बी कंडक्टेड वंस इन अ ईयर। ਜਦੋਂ ਵੀ ਕੰਪਨੀ ਇਨਕੋਰਪੋਰੇਟ ਹੋਏਗੀ ਉਸ ਦੇ ਫਰਸਟ ਏਜੀਐਮ ਫਰਸਟ ਫਾਈਨੈਂਸ਼ੀਅਲ ਈਅਰ, ਯਾਨੀ ਕਿ ਫਾਈਨੈਂਸ਼ੀਅਲ ਆਪਣਾ ਕਲੋਜ਼ ਹੁੰਦਾ 31 ਮਾਰਚ ਨੂੰ। ਫਾਈਨੈਂਸ਼ੀਅਲ ਈਅਰ ਫਰਸਟ ਫਾਈਨੈਂਸ਼ੀਅਲ ਈਅਰ ਦੇ ਕਲੋਜ਼ ਹੋਣ ਤੋਂ ਵਿਦਿਨ 9 ਮੰਥਸ ਉਹ ਮੀਟਿੰਗ ਫਰਸਟ ਏਜੀਐਮ ਕੰਡਕਟ ਹੋ ਜਾਣੀ ਚਾਹੀਦੀ ਹੈ। what it means ਕਿ ਇਹ ਜ਼ਰੂਰੀ ਨਹੀਂ ਹੈ ਕਿ ਫਰਸਟ ਈਅਰ ਆਫ ਇਨਕੋਰਪੋਰੇਸ਼ਨ ਦੇ ਵਿੱਚ ਹੀ ਮੀਟਿੰਗ ਹੋਏ। ਠੀਕ ਹੈ, ਮੰਨ ਲਓ ਇਨਕੋਰਪੋਰੇਟ ਹੋਗੀ ਕੰਪਨੀ ਜੂਨ ਦੇ ਵਿੱਚ, ਠੀਕ ਹੈ, ਜੂਨ ਦੇ ਵਿੱਚ ਫਰਸਟ ਈਅਰ ਉਸਦਾ ਫਾਈਨੈਂਸ਼ੀਅਲ ਈਅਰ ਕੰਪਲੀਟ ਹੋਏਗਾ ਕਮਿੰਗ ਮਾਰਚ। ਉਸ ਮਾਰਚ ਤੋਂ ਲੈ ਕੇ ਅਗਲੇ 9 ਮਹੀਨਿਆਂ ਵਿੱਚ ਫਰਸਟ ਏਜੀਐਮ ਕੰਡਕਟ ਕਰ ਲੈਣੀ ਚਾਹੀਦੀ ਹੈ। ਵਿਜ਼ ਇਸ ਦਾ ਮਤਲਬ क्या है, it is not necessary for the company to hold the AGM in the year of its incorporation, right? नेक्स्ट की कहते हैं जो भी कोई अपनी नेक्स्ट सबसिक्वेंट एजीएम्स होंगियां विद इन 6 months फ्रॉम द क्लोज ऑफ द फाइनेंशियल ईयर हो जाएगी। फर्स्ट एजीएम आफ्टर इनकॉर्पोरेशन फर्स्ट फाइनेंशियल ईयर जो तो क्लोज होएगा विद इन 9 months ऑफ क्लोजिंग ऑफ दैट फाइनेंशियल ईयर हो जाएगी। सब्सिक्वेंट एजीएम्स विद इन 6 months ऑफ क्लोजिंग ऑफ फाइनेंशियल ईयर हो जाएगी। फाइनेंशियल ईयर अपना कितने तो कितने तक है? 1 अप्रैल तक 31 मार्च। राइट, हाँ, जो अपना टैक्सेशन वाला पीरियड है वही है। कैलेंडर ईयर इज फ्रॉम जनवरी टू दिसंबर। नेक्स्ट है जो एजीएम है, मैं बड़े आराम ਨਾਲ डिस्कस कर रही हां एंड आई होप कि ਤੁਸੀਂ ਬਹੁਤ ਆਰਾਮ ਨਾਲ ਇਸ ਨੂੰ ਬਿਲਕੁਲ ਕੰਸੰਟਰੇਸ਼ਨ ਨਾਲ ਸੁਣੋਗੇ। ਠੀਕ, ਕੀ ਕਹਿੰਦੇ ਆ ਜੋ एजीएम है उसका क्लियर नोटिस मीन कि जिस दिन सर्व करना है और जिस दिन रिसीव करना है ਉਹਨਾਂ ਨੂੰ ਐਕਸਕਲੂਡ ਕਰਕੇ 21 डेज ਪੂਰੇ ਹੋਣੇ ਚਾਹੀਦੇ ਆ ਨੋਟਿਸ ਤੇ। ਉਸ ਦੇ ਵਿੱਚ ਏਜੰਡਾ, ਟਾਈਮ, ਪਲੇਸ, ਵੈਨਿਊ ਇਹ ਸਾਰਾ ਕੁਝ ਲਿਖਿਆ ਜਾਏਗਾ, ਏਜੰਡਾ ਦੇ ਵਿੱਚ ਮੈਂਸ਼ਨ ਕੀਤਾ ਜਾਏਗਾ। ਜੋ ਏਜੀਐਮ ਹੈ ਉਹ ਨੈਸ਼ਨਲ ਹੌਲੀਡੇ ਤੇ ਨਹੀਂ ਹੋਏਗੀ। ਵਾਟ ਡਸ ਨੈਸ਼ਨਲ ਹੌਲੀਡੇ ਮੀਨਸ? ਕੋਈ ਵੀ ਦਿਨ ਛੁੱਟੀ ਦਾ ਜੋ ਕਿ ਸੈਂਟਰਲ ਗਵਰਨਮੈਂਟ ਦੁਆਰਾ ਡਿਕਲੇਅਰ ਕੀਤਾ ਗਿਆ, ਜਿਵੇਂ ਕਿ 2 ਅਕਤੂਬਰ, 15 ਅਗਸਤ, 26 ऑफ जनवरी, राइट? ठीक है, नेक्स्ट क्या कहते हैं, जेकर कोई भी कंपनी एजीएम दी प्रोविजंस नु कंप्लाई नहीं करती है, the company will be liable for a fine which may extend to 1 lakh। ठीक है, और जे वो डिफॉल्ट कंटिन्यू ਹੁੰਦਾ ਜਾਏਗਾ that will be 5000 per day। ठीक है, जो तक वो लगेगा नहीं, मतलब एजीएम नहीं कंडक्ट करेगी, 5000 पर डे फाइन ਹੁੰਦਾ जाएगा। वैसे 1 लाख है और जो तक डिफॉल्ट कंटिन्यू होएगा 5000 पर डे ਦਾ फाइन ਹੁੰਦਾ जाएगा। ਕੋਰਮ ਦੀ ਆਪਾਂ ਨੇ ਕਰ ਲਿਆ ਸੀ ਡਿਸਕਸ। ਕੋਰਮ ਯਾਦ ਹੈ ਕਿ ਏਜੀਐਮ ਦਾ ਕੋਰਮ ਕਿੰਨਾ ਹੋਣਾ ਚਾਹੀਦਾ ਸੀ? मैं याद करवाया सी 5, 10, 15 मेंबर्स, याद है एजीएम ਦਾ ਕੋਰਮ? नो मैम। ਕਿਸੇ ਨੂੰ ਵੀ ਨਹੀਂ ਯਾਦ? 5 ਦਾ 1000 ਮੈਂਬਰ ਹੋਣ ਤਾਂ 5 ਹੋਣੇ ਚਾਹੀਦੇ ਅਵੇਲੇਬਲ। ਜੇ ਜੀ 1000 ਤੋਂ 5000 ਤੱਕ ਹੋਣ ਤਾਂ 15 ਮੈਂਬਰ, ਜੀ ਤੇ ਉਹ 15000 ਤੋਂ ਅਬਵ 5000 ਤੋਂ ਅਬਵ 5000 ਤੋਂ ਅਬਵ ਮੈਮ 30। हाँ, देखो याद रखो स्लैब्स 5, 15, 30। ठीक है, पहला 10 का गैप है, फिर 15 का गैप है। ओके, 5 याद कि में रखोगे, 5 है
ਅੱਗੇ 15 ਅੱਗੇ 1 ਲੱਗ ਗਿਆ, ਠੀਕ ਹੈ। 15 ਦਾ ਡਬਲ ਹੋ ਗਿਆ 30, ਐਵੇਂ ਯਾਦ ਰੱਖਣਾ ਪਏਗਾ, ਅਦਰਵਾਈਜ਼ ਹੋਰ ਕੋਈ ਵੇ ਨਹੀਂ ਹੈ। 1000 ਫਿਰ 1000 ਤੋਂ 5000 ਫਿਰ ਅਬਵ 5000। ਇਹ ਇਨ ਕੇਸ ਆਫ ਪਬਲਿਕ ਕੰਪਨੀ ਹੈ। ਰਮਨ ਤੁਸੀਂ ਦੱਸਿਆ ਨਾ ਰਾਜੇ, ਜਾਂ ਪਵਨ ਨੇ ਦੱਸਿਆ ਹੈ ਨਾ, ਇਹ ਇਨ ਕੇਸ ਆਫ ਪਬਲਿਕ ਕੰਪਨੀ ਹੈ। ਇਨ ਕੇਸ ਆਫ ਪ੍ਰਾਈਵੇਟ ਕੰਪਨੀ ਕਿਆ ਹੈ, 2 members to be personally present। ਆਪਾਂ ਕੀ ਡਿਸਕਸ ਕਰ ਰਹੇ ਹਾਂ, ਕੋਰਮ ਆਫ ਮੀਟਿੰਗ, ਕਿਹੜੀ ਮੀਟਿੰਗ, AGM। ਬੋਰਡ ਮੀਟਿੰਗ ਦਾ ਕੋਰਮ ਅਲੱਗ ਹੋਏਗਾ, ਠੀਕ ਹੈ। 5 15 30 1000 1000 to 5000 above 5000 members, ਠੀਕ ਹੈ। ਪ੍ਰਾਈਵੇਟ ਕੰਪਨੀ ਦੀ ਕੀ ਹੈ, ਮਿਨੀਮਮ 2 members should be there, ਠੀਕ। ਨੈਕਸਟ ਹੈ ਜੀ ਆਪਣੀ, ਹਾਂ, AGM ਦੇ ਵਿੱਚ ਕਿਆ ਕਿਆ ਬਿਜ਼ਨਸ ਟ੍ਰਾਂਜ਼ੈਕਟ ਹੋਏਗਾ, ਇਹ ਵੀ ਡਿਸਕਸ ਕੀਤਾ ਸੀ, ਯਾਦ ਹੈ। ਜੋ ਆਰਡੀਨਰੀ ਰੈਜ਼ੋਲੂਸ਼ਨ ਵਾਲਾ ਸੀ, ਆਰਡੀਨਰੀ ਬਿਜ਼ਨਸ ਸੀ, ਉਹੀ AGM ਚ ਡਿਸਕਸ ਕੀਤਾ ਜਾਏਗਾ। ਡੈਕਲੇਰੇਸ਼ਨ ਆਫ ਡਿਵੀਡੈਂਡ, ਆਡੀਟਰਸ ਦੀ ਰੈਮੂਨਰੇਸ਼ਨ, ਅਪਾਇੰਟਮੈਂਟ ਆਫ ਆਡੀਟਰਸ, ਡਾਇਰੈਕਟਰਸ, ਫਾਈਨੈਂਸ਼ੀਅਲ ਸਟੇਟਮੈਂਟਸ ਡਿਸਕਸ ਕਰਨੀਆਂ, ਇਹ ਸਾਰਾ ਕੁਝ ਕੀ ਹੈ, ਆਰਡੀਨਰੀ ਬਿਜ਼ਨਸ ਹੈ, ਪਲੱਸ AGM ਦੇ ਵਿੱਚ ਡਿਸਕਸ ਕੀਤਾ ਜਾਏਗਾ। ਇਸ ਤੋਂ ਇਲਾਵਾ ਜੋ ਵੀ ਕੋਈ ਮੈਟਰ ਹੋਏਗਾ, ਸਪੈਸ਼ਲ ਰੈਜ਼ੋਲੂਸ਼ਨ, ਸਪੈਸ਼ਲ ਬਿਜ਼ਨਸ ਕਿਹਾ ਜਾਏਗਾ। ਉਹ ਕਿਹੜੇ ਕਿਹੜੇ ਸੀ ਵੀ, ਸ਼ਾਬਾਸ਼, ਕੋਈ ਤਾਂ ਦੱਸੋ ਕਿਹੜੇ ਕਿਹੜੇ ਸੀ। यार तुम लोग तो पढ़ ही नहीं रहे, बिल्कुल भी नहीं पढ़ रहे, इजी टॉपिक्स भी नहीं आ रहे। कुणाल, अजय, रमन, पवन, बेअंत, तुम तो सारी क्लासेस लगा रहे हो। मनीषा भी मेरे ख्याल से रेगुलर है। यू गाइज आर लाइक गेटिंग व्हाट आई एम सेइंग, या वो भी नहीं समझ आ रही। मैम आंदा समझ। बोलो तो कुणाल, अजय दसो की प्रॉब्लम की है, पढ़ नहीं रहे हो, समझ नहीं आ रही। जो दसोगे नहीं, आई वॉन्ट बी एबल टू रिजॉल्व ना इशू। मैम जी वर्कबुक वाल ध्यान दिए ਤਾਂ ਇਹ ਰਹਿ ਜਾਂਦਾ ਜੀ, ਇੱਧਰ ਧਿਆਨ ਦਈਏ ਤਾਂ ਵਰਕਬੁੱਕ ਰਹਿ ਜਾਂਦੀ। क्या क्या ਮੈਂ ਵਰਕਬੁੱਕ ਜੀ, ਵਰਕਬੁੱਕ ਵੱਲ ਧਿਆਨ ਦਈਏ, ਵਰਕਬੁੱਕ ਦਾ ਪੋਰਸ਼ਨ ਕਰੀਏ ਬਿਜ਼ਨਸ ਲੋ ਵਿੱਚ, ਤੇ ਤਾਂ ਫਿਰ ਪੂਰੀ ਚੈਪਟਰ ਵਾਈਜ਼ ਰਿਵੀਜ਼ਨ ਨਹੀਂ ਹੋ ਪਾਉਂਦੀ, ਫਿਰ ਵਰਕਬੁੱਕ ਵਾਈਜ਼ वर्कबुक ਯਾਦ ਵੀ केड़ी, ਕਰਨਾ पैंदा, टाइम लगदा। वर्कबुक बिजनेस केड़ी लॉ है अजय, कुणाल वर्कबुक केड़ी कह रहे हो। इंस्टीट्यूट की साइट से है वर्कबुक। अच्छा अच्छा, ਤੁਹਾਨੂੰ ਇੱਕ ਗੱਲ ਪਤਾ ਹੈ ਕਿ ਆਪਾਂ ਨੇ ਸਟੱਡੀ ਨੋਟ 150% ਪੂਰਾ ਕਰਨਾ ਹੈ। यस मैम। ਸਟੱਡੀ ਨੋਟਸ ਤੋਂ ਆਪਾਂ ਨੇ ਡੈਵੀਏਟ ਨਹੀਂ ਹੋਣਾ। whatever there is in study note, you have to grab all the topics from the study note। details ਜਿੰਨਾ ਮਰਜ਼ੀ ਕਰੋ, ਉਸ ਤੋਂ ਇਲਾਵਾ ਜੋ ਮਰਜ਼ੀ ਕਰੋ, ਲੇਕਿਨ ਉਹ ਜ਼ਰੂਰ ਕਰਨੇ ਆਪਾਂ ਨੇ। ठीक है, चलो। ऑर्डिनरी बिजनेस कौन केड़े केड़े ऑर्डिनरी बिजनेस है, कंसीडरेशन ऑफ फाइनेंशियल स्टेटमेंट्स, डिक्लेरेशन ऑफ डिविडेंड, ठीक है। सुशिता ने बीच में ज्वाइन करा है। सुशिता राजे, वी आर डूइंग विद कंपनी लॉ, ठीक है। कंपनी लॉ में हम आज का टॉपिक कर रहे हैं मीटिंग्स डिस्कस करेंगे, उसके बाद डायरेक्टर्स, बोर्ड कॉम्पोजिशन, शेयर होल्डर्स वाला वो आज आगे डिस्कस करते जाएंगे। ਹੁਣ ਆਪਾਂ ਡਿਸਕਸ ਕਰ ਰਹੇ ਹਾਂ ਕਿ ਆਰਡੀਨਰੀ ਬਿਜ਼ਨਸ ਕਿਹੜਾ ਕਿਹੜਾ ਹੈ। ਡੈਕਲੇਰੇਸ਼ਨ ਆਫ ਡਿਵੀਡੈਂਡ, ਰੈਮੂਨਰੇਸ਼ਨ ਔਰ ਅਪਾਇੰਟਮੈਂਟ ਆਫ ਆਡੀਟਰਸ, ਡਾਇਰੈਕਟਰਸ, ਠੀਕ ਹੈ। ਉਸ ਤੋਂ ਬਾਅਦ ਫਾਈਨੈਂਸ਼ੀਅਲ ਸਟੇਟਮੈਂਟਸ। ਇਸ ਤੋਂ ਇਲਾਵਾ ਜੋ ਵੀ ਬਿਜ਼ਨਸ ਹੋਏਗਾ ਦੈਟ ਵਿਲ ਬੀ ਅੰਡਰ ਸਪੈਸ਼ਲ ਬਿਜ਼ਨਸ, ਸਪੈਸ਼ਲ ਰੈਜ਼ੋਲੂਸ਼ਨ ਪਾਸ ਕਰਨਾ ਪਏਗਾ। ਕਾਲਿੰਗ ਆਫ EGM, व्हाट डज EGM मींस, एक्स्ट्राऑर्डिनरी जनरल मीटिंग। ਨੋਟ ਕਰ ਲਓ ਆਪਣੇ ਆਪਣੀ ਬੁక్స్ ਤੇ EGM ਕਦੋਂ ਕਦੋਂ ਕਾਲ ਕੀਤੀ ਜਾ ਸਕਦੀ ਹੈ। One is AGM to be conducted every year. Next is EGM, extraordinary general meeting, and the third is board meeting। ठीक है, ਹੁਣ ਨੋਟ ਕਰੋ EGM ਦਾ extraordinary general meeting ਕਿਵੇਂ ਕਿਵੇਂ ਕਦ ਕੰਡਕਟ ਕੀਤੀ ਜਾਏਗੀ। if board wants, if by board on the requisition of shareholders, by requisitionist, by tribunal।
चार मैथड्स नाल ईजीएम कॉल की जाएगी, या तो बोर्ड करे, या फिर बोर्ड को रिक्विजिशनिस्ट शेयर होल्डर्स जो हैं वो कैन ईजीएम कंडक्ट करन लई, या फिर रिक्विजिशनिस्ट खुद करें, या फिर बाय ट्रिब्यूनल। ओके, स्टार्ट करते हैं बाय बोर्ड। बोर्ड क्या है? बोर्ड कोई दसेगा, किसी ने पढ़ा हो व्हाट इज बोर्ड इन कंपनी लॉ? बोर्ड ऑफ डायरेक्टर मैम, हम्म, बोर्ड ऑफ डायरेक्टर। हाँ, बोर्ड ऑफ डायरेक्टर्स, ठीक है भाई। बोर्ड ऑफ डायरेक्टर्स का क्या मतलब है? पर्सन मैम वो इलेक्टेड कंपनी टू ਦੇ डिसीजन सुनो, जो बोर्ड है दैट विल कंप्राइज ऑफ वीमेन डायरेक्टर, इंडिपेंडेंट डायरेक्टर एंड द अदर की मैनेजरियल पर्सोनल। नाउ व्हाट इज KMP, की मैनेजरियल पर्सोनल, इज द डेफिनेशन जो है, एक सेकेंड, that will include managing director or manager। की KMP, की managerial personnel the definition discuss कर रहे हैं, that will be the constitution of the board। ठीक है, बोर्ड आपका क्यों डिस्कस कर रहे हैं? क्योंकि जो बोर्ड मीटिंग है, एक तो वो भी डिस्कस कराएंगे, प्लस EGM विल बी कंडक्टेड बाय बोर्ड। फर्स्ट केस है जो, ठीक है। हाँ जी, KMP का मतलब क्या है? मैनेजिंग डायरेक्टर और मैनेजर, होल टाइम डायरेक्टर, कंपनी सैक्रेटरी एंड CFO। एक KMP ਦਾ ਮਤਲਬ ਹੈ ਤੁਹਾਡੀ ਬੁੱਕ ਦੇ ਵਿੱਚ ਹੈ ਜੀ, ਇਹ ਇੱਕ ਸੈਕਿੰਡ ਮੈਂ ਦੱਸਦੀ ਆ। ਸਭ ਦੇ ਕੋਲ ਬੁੱਕਸ ਹੈਗੀਆਂ ਨਾ? यस मैम। पेज 455 ਕੱਢ ਲਓ ਆਪਣੀ ਬੁੱਕਸ ਦਾ, 455 455 पेज करके लो बेअंत। रज तुसी पढ़ो एक बारी KMP ਦੀ डेफिनेशन। Section 2, subsection 51 of Companies Act 2013, key managerial personnel in relation to a company has been defined as the chief executive officer or the managing director or the manager, the company secretary, the whole-time director, the chief financial officer, such other officer not more than one level below the director who is in whole-time employment designated as key managerial personnel by the board and such other officer as may be prescribed। हाँ जी, KMP ਦੀ ਡੈਫੀਨੇਸ਼ਨ 251 ਦੇ ਅੰਡਰ क्या ਕਹਿੰਦੀ है? चीफ एग्जीक्यूटिव ऑफिसर होए और मैनेजिंग डायरेक्टर और मैनेजर। उरे नोट करोगे अपनी अपनी बुक च, नो कंपनी कैन एम्प्लॉय MD एंड मैनेजर। दोनों चो इको ही बंदा एम्प्लॉयमेंट होएगा, इधर MD और मैनेजर। ठीक है, आप पढ़ रहे हैं KMP, की मैनेजरियल पर्सोनल दी डेफिनेशन। सेकंड, कंपनी सेक्रेटरी। कंपनी सेक्रेटरी कौन है? जिसने इंस्टीट्यूट ऑफ कंपनी सेक्रेटरीज ऑफ इंडिया दा एग्जाम पास किया होया है। ठीक है, वो कंपनी सेक्रेटरी होएगा। होल टाइम डायरेक्टर, होल टाइम डायरेक्टर की डेफिनेशन क्या है? द पर्सन हु इज इन द होल टाइम एम्प्लॉयमेंट ऑफ द कंपनी। ठीक है, जो पार्ट टाइम एम्प्लॉयमेंट ਤੇ ਨਹੀਂ ਹੈ, ਹੋਲ ਟਾਈਮ एम्प्लॉयमेंट ਹੈ, ਉਹਨੂੰ ਕੀ ਕਹਿੰਦੇ ਆ? ਹੋਲ ਟਾਈਮ ਡਾਇਰੈਕਟਰ। एंड CFO, चीफ फाइनेंशियल ऑफिसर। चीफ फाइनेंशियल ऑफिसर नाम ही दस रहा है, जो फाइनेंस ਦੇ ਸਾਰੇ ਮੇਜਰ ਸਟ੍ਰੈਟੇਜੀਜ਼ ਬਣਾਏਗਾ, ਉਹਨਾਂ ਨੂੰ ਐਗਜ਼ੀਕਿਊਟ ਕਰਵਾਏਗਾ, CFO। ਹੁਣ ਆਪਣੀ ਰਹਿ ਗਈ MD और मैनेजर ਦੀ ਡੈਫੀਨੇਸ਼ਨ। ਹੁਣ ਧਿਆਨ ਨਾਲ ਸੁਣੋਗੇ, व्हाट डज MD मींस और मैनेजर मींस। मैनेजर ਉਹ ਬੰਦਾ ਹੈ, 253 of Companies Act defines manager as an individual who, subject to the superintendent's control and direction of the board of directors, has the management of the whole of the affairs of the company and includes a director or any other person occupying the position of manager। जो
ਸੁਪਰਿਟੈਂਡੈਂਸ ਕੰਟਰੋਲ ਔਰ ਡਾਇਰੈਕਸ਼ਨ बोर्ड ऑफ डायरेक्टर्स दी उसते काम करता है. ही और शी विल बी द मैनेजर. ठीक. मैनेजिंग डायरेक्टर क्या कहते हैं? मैनेजिंग डायरेक्टर मीन्स अ डायरेक्टर who by virtue of articles of the company or an agreement of a company or resolution passed in the general meeting. ਆਪਾਂ ਨੂੰ ਪਤਾ ਚੱਲ ਗਿਆ ਕਿ ਜੋ ਜਨਰਲ ਮੀਟਿੰਗ ਹੈ that is ਉਹਦੇ ਵਿੱਚ ਜੋ ਰੈਜ਼ੋਲੂਸ਼ਨ ਹੁੰਦਾ for the appointment of directors ਵੀ ਹੋਏਗਾ. ठीक है. And the managing director is entrusted with substantial parts of the management of the affairs of the company. ठीक. मैनेजिंग डायरेक्टर कौन होया? जिसदे कोल सबस्टांशियल पार्ट्स ऑफ द कंपनी है, जो आर्टिकल्स ऑफ एसोसिएशन द्वारा एज अ डायरेक्टर नेम किया गया है या फिर रेजोल्यूशन पास करके मीटिंग दे विच उसनु डायरेक्टर अपॉइंट किया गया है. उसनु की कहांगे? मैनेजिंग डायरेक्टर. तो केएमपी च केड़े-केड़े बंदे होंगे? मैनेजिंग डायरेक्टर और मैनेजर, सीएफओ यानी चीफ फाइनेंशियल ऑफिसर, कंपनी सेक्रेटरी, होल टाइम डायरेक्टर. फिर किया सच अदर ऑफिसर्स एज मे बी प्रेस्क्राइब्ड. ठीक है. दिस इज द डेफिनेशन ऑफ केएमपी. ठीक. ਹੁਣ ਆਪਾਂ ਦੁਬਾਰਾ ਆ ਰਹੇ ਹਾਂ ਮੀਟਿੰਗਸ ਦੇ ਉੱਤੇ. ਕਿਹੜੀ ਮੀਟਿੰਗਸ ਆਪਾਂ ਡਿਸਕਸ ਕਰ ਰਹੇ ਸੀ? ਦੱਸੋ ਕਿ ਉਧਰ ਕਿਤੇ ਹੋਰ ਹੀ ਚਲੇ ਗਏ. ਕਿਹੜੀ ਮੀਟਿੰਗਸ ਡਿਸਕਸ ਕਰ ਰਹੇ ਸੀ ਆਪਾਂ? मैम क्लियर हो गया? EGM. कौन बोल रहा है? EGM. बेअंत. बेअंत ਤੁਸੀਂ ਕੀ ਹੈ ਨਾ ਜਵਾਬ ਦਿੱਤਾ ਹੈ? मैम EGM. हाँ जी. हाँ बेअंत you don't speak now, let others speak, है ना? बाकी ma'am. भी जागते रहो. मनीषा ਆਪਾਂ क्या डिस्कस कर रहे हैं? रमन, what we are discussing? EGM मैम ते ਉਹਦੇ ਵਿੱਚ ਜੋ ਮਤਲਬ ਕਿ ਮੈਂਬਰਸ ਵਗੈਰਾ ਬੋਰਡ ਰਿਕੁਇਜ਼ੀਸ਼ਨ ਇਹ ਕੀ ਹੈ? ਇਹ ਮੈਂ ਕੀ ਚੀਜ਼ ਦੱਸੀ ਹੈ? ਬੋਰਡ ਰਿਕੁਇਜ਼ੀਸ਼ਨ EGM ਨਾਲ ਕੀ ਲਿੰਕ ਹੈ ਇਸ ਦਾ? ਆਪਾਂ ਕੀ ਡਿਸਕਸ ਕਰ ਰਹੇ ਹਾਂ ਅਜੇ? हम एक्स्ट्राऑर्डिनरी जनरल मीटिंग बारे कर रहे थे हम. सुनो, एक्स्ट्राऑर्डिनरी जनरल मीटिंग देखो, एजीएम ਤਾਂ ਸਾਲ ਚ ਇੱਕ ਵਾਰੀ ਕਰਵਾਣੀ ਪਏਗੀ. ਆਪਾਂ ਨੇ ਡਿਸਕਸ ਕਰ ਲਿਆ. ਜੋ EGM ਹੈ either that will be convened by board or by requisitionist. ठीक है. और on the requisitions shareholder by board ਜਾਂ ਫਿਰ tribunal. ਫਰਸਟ ਬੋਰਡ ਦੀ ਮੈਂ ਤੁਹਾਨੂੰ ਦੱਸਤੀ. ਮੈਂ ਉਸਦੇ ਵਿੱਚ ਦੱਸ ਰਹੀ ਸੀ KMP ਦਾ ਮਤਲਬ ਦੱਸਤਾ. ਪਲੱਸ ਬੋਰਡ ਦੀ ਕੰਪੋਜੀਸ਼ਨ ਦੇ ਵਿੱਚ ਇੰਡੀਪੈਂਡੈਂਟ ਡਾਇਰੈਕਟਰ ਹੋਏਗਾ, ਵਿਮਨ ਡਾਇਰੈਕਟਰ ਹੋਏਗੀ, अदर KMPs होंगे, एग्जीक्यूटिव नॉन एग्जीक्यूटिव डायरेक्टर जो भी हैं. हुन बोर्ड की है, एक तो बोर्ड मीटिंग कन्वीन करेगा EGM. ठीक है. ये तुसी मैं वो कर रही हूं, रुको इधर देखो ਤੁਹਾਡੀ बुक च किथे है EGM, if there is EGM is there or not? 438. 438. okay. लो जी, who will read? Manisha, you will read? उनको लगता है मनीषा सो जाती है. मनीषा, you can't read? भाई कोई No, अच्छा, मनीषा जाग तो रही है. चलो, तुषिता, you will read page 438. तुषिता is also sleeping. कोई भी पढ़ो फिर भाई. नो मैम, वो कॉल आ रही थी बीच में मेरे पास, इसलिए. अच्छा, अभी पढ़ोगे? फुल पेज मैम. 438. 438. So section 100 of the act provides that the board may, whenever it deems fit, calls an extraordinary general meeting of the company. An extraordinary general meeting of the company other than of the wholly owned subsidiary of a company incorporated outside India shall be held at a place within India.
the board shall call the extraordinary general meeting at the requisition made by, in the case of a company having who hold on the date of receipt of requisition. तुषिता आपका शायद नेटवर्क वीक है। मैम वो बार बार कॉल आ रही है, इस वजह से वो बीच में नेटवर्क का ओके प्रॉब्लम आ गया। तुषिता फिर आप रहने दो, रजे कोई और पढ़ देता है। रमन तुसी पढ़ दो फिर। स्टार्टिंग तो हाँ नहीं पूरे तो ही पढ़ दो। देखो पहला ਤਾਂ ਬੋਰਡ ਜਦੋਂ ਵੀ ਉਸ ਨੂੰ ਲੱਗੇਗਾ ਉਹ ਕਾਲ ਕਰ ਸਕਦਾ ਹੈ, ਫਿਰ ਬੋਰਡ ਕਰੇਗਾ ਜਦੋਂ ਸ਼ੇਅਰ ਹੋਲਡਰਸ ਉਸ ਨੂੰ ਇੱਕ ਰੈਕੁਜੀਸ਼ਨਿਸਟ ਭੇਜेंगे। ਰੈਕੁਜੀਸ਼ਨ ਮਤਲਬ ਇੱਕ ਰਿਕੁਐਸਟ ਭੇਜेंगे ਟੂ ਕੰਡਕਟ ਈਜੀਐਮ, ਉਦੋਂ ਬੋਰਡ ਹੀ ਕਰਵਾਏਗਾ ਬਟ ਔਨ ਦ ਰੈਕੁਜੀਸ਼ਨ ਆਫ ਦ ਸ਼ੇਅਰ ਹੋਲਡਰਸ। ਠੀਕ ਹੈ ਹੁਣ ਪੜੋ ਜੀ ਉਰੇ ਤੋਂ ਹੀ। ਮੇਡ ਬਾय रमन मिले। नो मैम। The board shall call the extraordinary general meeting at the requisition made by। मैम फर्स्ट पॉइंट तो पढ़ दिए। हाँ जी पढ़ दो। In the case of a company having share capital, such number of members who hold on the date of receipt of requisition not less than 1/10 of such of paid up share capital of a company as on that date carries the right of voting. In रुक the जाओ case of a company, देखो फर्स्ट पॉइंट की कह रहे हैं जिस दी शेयर कैपिटल है बोर्ड नु रिक्विजिशन जानी चाहिए है एटलीस्ट 1/10 ऑफ द पेड अप शेयर कैपिटल ऑफ द कंपनी। ठीक है बोर्ड नु 1/10 ऑफ द पेड अप शेयर कैपिटल जेडे शेयर होल्डर्स हैं वो कहणगे ताही बोर्ड ईजीएम कंडक्ट करवाएगा। नेक्स्ट पॉइंट। in the case of a company not having a share capital, such number of members who have on the date of receipt of the requisition not less than 1/10 of the total voting power of all the members having on the said date a right to vote. हाँ जी इसका क्या मतलब है, एक तो होगी शेयर कैपिटल वाली 1/10 ऑफ द पेड अप शेयर होल्डर्स रिक्विजिशन भेजेंगे। दूसरा हो गया व्हेन अ कंपनी हैविंग नो शेयर कैपिटल 1/10 ऑफ द मेंबर्स हु आर एंटाइटल्ड टू वोट, जिन्हें को वोटिंग राइट है वो भेजेंगे रिक्विजिशन। हाँ जी पढ़ो जी आगे। The requisition shall set out the matter for the consideration of which the member is to be held. Rule 17 of the Company's Management and Administration Rules 2014 provide the procedure for the same as follows. The requisition shall be in writing or through electronic mode and at least clear 21 days prior to the proposed date of such extraordinary general meeting. पढ़ दो बहन अगे भी पढ़ दो मैं इकट्ठे दस दी The हां। place, date, day and hour of the meeting. The notice shall contain the business to be transacted at the meeting. If the resolution is proposed as a special resolution, the notice shall be given as required under Article 114 subsection 2. The notice shall be signed by all the requisitionists or by a requisitionist duly authorized in writing by all other requisitionists ठीक on है their behalf. रमन ओके है सुन लो जो रिक्विजिशन शेयर होल्डर्स भेजेंगे या तो हो इलेक्ट्रॉनिक मोड यानी कि ईमेल ਦੇ ਥਰੂ ਹੋਏਗੀ ਜੋ ਵੀ ਰਜਿਸਟਰ ਮੇਲ ਆਈਡੀ ਹੈ ਜਾਂ ਫਿਰ ਰਾਈਟਿੰਗ ਦੇ ਵਿੱਚ ਹੋਏਗੀ। ਨੋਟਿਸ ਭੇਜਿਆ ਜਾਏਗਾ, ਨੋਟਿਸ ਦੇ ਵਿੱਚ ਆਰ ਪਲੇਸ ਉਹ ਸਾਰਾ ਕੁਝ ਭੇਜਿਆ ਜਾਏਗਾ। ਸਪੈਸ਼ਲ ਰੈਜ਼ੋਲੂ ਮੈਂ ਤੁਹਾਨੂੰ ਦੱਸੀ ਸੀ ਇੱਕ ਚੀਜ਼ ਦੱਸੀ ਸੀ ਕਿ ਹਰ ਰੈਜ਼ੋਲੂਸ਼ਨ when passed by the company that will be submitted to the registrar ROC within how many days और ਕਿਹੜਾ ਫਾਰਮ ਸੀ ਉਹ her resolution whenever a resolution is passed that needs to be registered sent to the copy of that is to be sent to the registrar within how many days और ਕਿਹੜੇ form ਦੇ अंडर भेजना ਸੀ note ਕਰਾਂਗੇ within 30 days of passing the resolution in MGT form 14 हर एक रेजोल्यूशन ਦੀ ਕਾਪੀ ਰਜਿਸਟਰਾਰ ਕੋਲ ਜਾਏਗੀ। क्लियर
नेक्स्ट सुनो, जो शेयर होल्डर्स ਵੱਲੋਂ ਇੱਕ ਰਿਕੁਐਸਟ ਭੇਜੀ ਜਾਏਗੀ ਟੂ ਕੰਡਕਟ EGM, the board within 20 days from the receipt of that valid requisition proceed to call a meeting on a day not later than 45 days, 45 ਦਿਨਾਂ ਦੇ ਅੰਦਰ ਅੰਦਰ ਉਹ requisition ਦੀ ਉਸ ਨੂੰ ਮੀਟਿੰਗ ਕਰਵਾਣੀ ਪਏਗੀ। ਠੀਕ, ਹਾਂਜੀ मैं पढ़ रही हूँ, तुसी आराम नाल सुनोगे जो इंपॉर्टेंट लाइंस हैं। Section 100 provides that the board is to proceed to call a meeting for the consideration of the matter within 21 days of the receipt of the valid requisition. 21 days ਦੇ ਅੰਦਰ ਅੰਦਰ ਉਹ proceedings ਸ਼ੁਰੂ ਕਰ ਦੇंगे। The meeting shall be conducted within 45 days of the receipt of the valid requisition. The notice of the meeting shall be given to all those members whose names appear in the ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਜਿਨ੍ਹਾਂ ਮੈਂਬਰ ਦੇ ਨੇਮ ਰਜਿਸਟਰਡ ਮੇਲ ਆਈਡੀਜ਼ ਹੈ ਉਹਨਾਂ ਨੂੰ ਇਲੈਕਟ੍ਰੋਨਿਕ ਮੋਡ ਦੇ ਥਰੂ ਜਾਂ ਫਿਰ ਪੋਸਟ ਦੇ ਥਰੂ ਨੋਟਿਸ ਭੇਜਿਆ ਜਾਏਗਾ। ਠੀਕ ਹੈ, within 3 days of on which requisition is deposited with the company for calling an EGM. Within 3 days ਜਦੋਂ requisitionist ਭੇਜ ਦੇंगे, EGM ਭੇਜਣ ਲਈ ਰਿਕੁਐਸਟ ਭੇਜ ਦੇंगे, ਉਸਦੇ 3 ਦਿਨਾਂ ਦੇ ਅੰਦਰ ਅੰਦਰ ਨੋਟਿਸ ਭੇਜ ਦਿੱਤਾ ਜਾਏਗਾ। ਠੀਕ ਹੈ ਜੀ, ਨੈਕਸਟ ਪੜਾਂਗੇ। ਨੈਕਸਟ ਪੜੋ ਬੇਅੰਤ, ਤੁਸੀਂ ਪੜ੍ਹ ਦੋ ਰਾਜੇ। If the board does not conduct the meeting within the stipulated time, the Ma'am, word the ਹਾਂਜੀ, pronunciation ਦੱਸ ਦਿਓ। ਮੈਂ ਸਿਖਾਣੀ ਆ ਬੇਅੰਤ। requisitionist ਰਿਕੁਐਸਟ ਹੈ ਨਾ, ਜਿਵੇਂ ਬੇਅੰਤ ਰਿਕੁਐਸਟ ਹੈ ਰਾਜੇ, ਜਿਵੇਂ ਉਵੇਂ ਹੀ requisitionist। Requisitionist ਹਾਂਜੀ ਠੀਕ ਹੈ, ਚਲੋ। themselves conduct the meeting within 3 months from the date of requisition. The requisitionist shall have a right to receive the list of members together with the registered address and number of shares held. The company रुको is बेंत, रुको, एवं शायद समझ नहीं आएगा, पहला मैं समझानी है, देन वी विल रीड। ठीक है, फर्स्ट मीटिंग बोर्ड द्वारा कंडक्ट की जाएगी। प्रोसीडिंग्स टू बी स्टार्ट फ्रॉम द 21 डेज ऑफ रिसिप्ट ऑफ द रेक्विजिशन। ठीक है, और 45 डेज के अंदर मीटिंग कंडक्ट कर ली जाएगी। जे किते बोर्ड इस टाइमलाइन के अंदर अंदर मीटिंग नहीं कंडक्ट करता, ता रेक्विजिशनिस्ट हैव द राइट टू कॉल देमसेल्व्स फॉर अ मीटिंग। ਉਹ ਮੀਟਿੰਗ ਕੰਡਕਟ ਕरेंगे। ਆਪਾਂ ਉਹ ਵਾਲੀ ਚੀਜ਼ ਪੜ ਰਹੇ ਹਾਂ, ਮੈਂ ਪੜ ਰਹੀ ਹਾਂ, ਤੁਸੀਂ ਸੁਣੋਗੇ, ਫਿਰ ਇੱਕ ਵਾਰੀ ਦੁਬਾਰਾ ਤੋਂ ਡਿਸਕਸ ਕਰਾਂਗੇ। ਠੀਕ ਹੈ, if the board does not within 21 days of the receipt of a valid requisition, देखो रिक्वेस्ट तो requisition, ठीक है, requisitionist आ जाएगा वो। ठीक है, in regard to any matter proceed to call a meeting for the consideration of that matter on a day not later than 45 days from the receipt of the requisition. The meeting may be called and held by the requisitionist themselves. ਆਪਾਂ ਸ਼ੇਅਰ ਹੋਲਡਰਸ ਆ, ਆਪਾਂ ਨੇ ਬੋਰਡ ਨੂੰ ਕਿਹਾ ਕਿ ਫॉर ਲਾਈਕ ਕੁਝ ਅਰਜੈਂਟ ਮੈਟਰ ਸਪੈਸ਼ਲ ਬਿਜ਼ਨਸ ਹੈ ਜੋ ਆਪਾਂ ਨੇ ਕੰਡਕਟ ਕਰਨਾ ਹੈ, ਉਸ ਦੇ ਲਈ EGM ਕੰਡਕਟ ਕੀਤੀ ਜਾਏ। बोर्ड फेल्ड टू कंडक्ट द EGM, उस तो बाद रेक्विजिशनिस्ट ने खुद ही मीटिंग कॉल कर ली, क्योंकि अपन पता है कि रेक्विजिशनिस्ट कौन कौन होंगे इन केस ऑफ शेयर कैपिटल, 1/10 ऑफ द मेंबर्स हैविंग पेड अप शेयर कैपिटल। ठीक है, इन केस ऑफ नॉन कंपनी नॉट हैविंग शेयर कैपिटल, 1/10 ऑफ द मेंबर्स हैविंग वोटिंग राइट। ओही रेक्विजिशनिस्ट मन्ने जाएंगे, ओही जे कहेंगे तब बोर्ड कंडक्ट करेगा। पर की कहता है, however in such case the meeting should be held within a period of 3 months from the date of the requisition। ठीक है, बोर्ड को टाइम सी 45 दिनों का, अपने को टाइम है, शेयर होल्डर्स को टाइम है 3 मंथ्स का। ठीक है, जो भी एक्सपेंसेस इनकर किए जाएंगे रेक्विजिशनिस्ट द्वारा, वो उन्हां नू रीइंबर्स यानी कि कंपनी नू दोबारे देने पैणगे। यही मतलब कह रहा है इसका। ठीक है, हम दोबारा समझाया लास्ट वाला। एक्सपेंसेस वाला, हाँ जी, जिथे लास्ट में एक्सपेंसेस वाला या 3 मंथ्स वाला? 3 मंथ्स वाला। मैं दोबारा बोल रही हूँ।
हाँ मैं दोबारा बोल रही हूँ, देखो ਕੀ ਕਹਿ ਰਹੇ ਆ, ਆਪਾਂ ਨੇ ਬੋਰਡ ਨੇ ਮੀਟਿੰਗ ਕੰਡਕਟ ਕਰਨੀ ਸੀ ਵਿਦਿਨ 21 ਡੇਜ਼ ਪ੍ਰੋਸੀਡਿੰਗ ਸਟਾਰਟ ਕਰ ਦੇਣਾ ਸੀ, 45 ਡੇਜ਼ ਦੇ ਅੰਦਰ ਮੀਟਿੰਗ ਕੰਡਕਟ ਕਰ ਲੈਣੀ ਸੀ। ਜੇ ਬੋਰਡ ਨਹੀਂ ਕਰ ਪਾਏਗਾ ਤਾਂ ਰਿਕੁਇਜ਼ਿਸ਼ਨਿਸਟ ਸ਼ੈਲ ਹੈਵ ਦ ਰਾਈਟ ਟੂ ਕੰਡਕਟ ਦ ਮੀਟਿੰਗ, ਦੇ ਕੈਨ ਹੈਲਡ ਦ ਮੀਟਿੰਗ। ਠੀਕ ਹੈ, ਉਹ ਮੀਟਿੰਗ ਕੰਡਕਟ ਕਰਨਗੇ ਵਿਦਿਨ 3 ਮੰਥਸ of the valid requisition। जब उन्होंने requisition भेजी होगी 3 months ਦੇ ਅੰਦਰ ਕਰ लेंगे वो meeting। secondly, the expenses incurred by the requisitionist on the conduct of this meeting will be reimbursed by the company। company ਉਹਨਾਂ ਨੂੰ ਪੈਸੇ ਵਾਪਸ ਦੇ ਦੇਗੀ। ਠੀਕ ਹੈ ਜੀ, ਕਲੀਅਰ। ਹੁਣ हाँ ਤੁਸੀਂ जी मैम ठीक। 5-7 ਮਿੰਟ ਲਗਾਓ, ਕਿਹੜੇ ਕਿਹੜੇ ਪੇਜ, ਹਾਂ ਰਿਪੋर्ट ऑफ एजीएम भी पढ़ लेने 437 पेज ਤੇ ਦੁਬਾਰਾ ਆਉਂਗੇ। ਜੇ ਕਿਤੇ ਮੈਂ ਪੜ੍ਹਨੀ ਪਾਵਰ ਆਫ ਦ ਟ੍ਰਿਬਿਊਨਲ ਟੂ ਕਾਲ ਏਜੀਐਮ, ਅਗਰ ਏਜੀਐਮ ਜੋ ਆਪਾਂ ਨੇ ਕਿਹਾ ਹੈ ਕਿ ਫਰਸਟ ਏਜੀਐਮ ਮੈਂ ਕਦੋਂ ਕਿਹਾ ਕਦੋਂ ਹੋਣੀ ਚਾਹੀਦੀ ਹੈ, हाँ जी मैम। ਫਰਸਟ ਏਜੀਐਮ ਕਦੋਂ ਕੰਡਕਟ ਕਰ ਲੈਣੀ ਚਾਹੀਦੀ ਹੈ ਕੰਪਨੀ ਨੂੰ? 9 मंथ। Within 9 कॉर्पोरेशन तो 1 साल बाद, शायद 9th मंथ। 9 months from the complete of the first financial year। ਸਬਸੀਕੁਐਂਟ ਏਜੀਐਮ, ਇਹ ਤਾਂ ਪਹਿਲੀ ਏਜੀਐਮ ਹੋਊਗੀ, ਸਬਸੀਕੁਐਂਟ ਬਾਅਦ ਵਾਲੀਆਂ ਏਜੀਐਮ ਕਦੋਂ ਕੰਡਕਟ ਕਰਨੀਆਂ ਨੇ? within 6 months of the close of the financial year। ਜੇ ਕਿਤੇ ਏਜੀਐਮ ਕੰਪਨੀ ਫੇਲਸ ਟੂ ਡੂ ਸੋ, ਆਪਾਂ ਨੇ 1 ਲੱਖ ਦੀ ਪੈਨਲਟੀ ਔਰ 5000 ਪਰ ਡੇ ਪੜਿਆ ਸੀਗਾ। ਜੇ ਫੇਰ ਵੀ ਕੰਪਨੀ ਨਹੀਂ ਕਰਦੀ ਹੈ ਤਾਂ ਮੈਂਬਰਸ ਕੈਨ ਅਪਰੋਚ ਟ੍ਰਿਬਿਊਨਲ ਫॉर द ਕੰਡਕਟ ਆਫ ਦ ਮੀਟਿੰਗ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ NCLT ਨੂੰ ਕਿਹਾ ਜਾਏਗਾ ਕਿ ਕੰਪਨੀ ਦੀ ਏਜੀਐਮ ਕਾਲ ਕੀਤੀ ਜਾਏ। ਠੀਕ ਹੈ, ਐਂਡ ਇਫ ਦ ਟ੍ਰਿਬਿਊਨਲ ਡੀਮਸ ਫਿਟ that there is an urgency to conduct the AGM, ਟ੍ਰਿਬਿਊਨਲ ਮੀਟਿੰਗ ਕਾਲ ਕਰ ਲੇਗੀ। ਠੀਕ ਹੈ, ਰਿਪੋर्ट ऑफ AGM ਇੱਕ ਤਾਂ ਹੈ ਕਿ AGM ਦੇ ਜੋ ਵੀ ਮਿੰਟਸ ਆਫ ਮੀਟਿੰਗ, ਹਰ किसी मीटिंग ਦੇ ਮਿੰਟਸ ਰਿਕਾਰਡ ਕੀਤੇ ਜਾਣਗੇ। देयर विल बी अ ਜਿਹਨੂੰ ਆਪਾਂ ਕਹਿੰਦੇ ਰਜਿਸਟਰ ਆਫ ਮਿੰਟਸ। ਠੀਕ ਹੈ, ਤੇ ਉਹ ਰਜਿਸਟਰਡ ਪਲੇਸ ਤੇ ਰੱਖਿਆ ਜਾਏਗਾ। that will be open for verification and for like view for viewing to the members। ठीक है, रिपोर्ट ऑफ एजीएम, रिपोर्ट ऑफ एजीएम लो फटाफट बेन पढ़ दो। रिपोर्ट ऑफ एजीएम वेरी इजी है, यू विल अंडरस्टैंड। Rule 31 provides that the report in pursuance of Section 121 subsection 1 shall be prepared in the following manner. The report shall be prepared in addition to the minute of the journal meeting. The report shall be signed and dated by the chairman of the meeting, or in case of his बस inability ओके to ओके, sign। अगला पढ़ दो। ਰਿਪੋਰਟ ਦੇ ਵਿੱਚ ਕਿਆ ਕਿਆ ਆਏਗਾ? ਡੇ, ਡੇਟ, ਆਰ, ਠੀਕ ਹੈ, ਨੰਬਰ ਆਫ ਮੈਂਬਰਸ, ਅਪਾਇੰਟਮੈਂਟ ਆਫ ਚੇਅਰਮੈਨ, ਕੋਰਮ ਜਿੰਨਾ ਸੀਗਾ ਉਹ ਸਾਰਾ ਲਿਖ ਦਿੱਤਾ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਜੋ ਵੀ ਕੰਪਲਾਇੰਸਿਸ ਹੈ, ਐਕਟ ਰੂਲਸ ਹੈ, ਉਹ ਸਭ ਆ ਜਾਣਗੇ। ਐਡਜਰਨਮੈਂਟ, ਪੋਸਟਪੋਨਮੈਂਟ ਆਫ ਮੀਟਿੰਗ ਆਪਾਂ ਪਹਿਲਾਂ ਹੀ ਪੜ੍ਹ ਲਿਆ ਕਿ ਐਡਜਰਨਮੈਂਟ ਜੇ ਕੋਰਮ ਨਹੀਂ ਪ੍ਰੈਜ਼ੈਂਟ ਹੋਏਗਾ ਨੈਕਸਟ ਵੀਕ ਦੇ ਵਿੱਚ ਸੇਮ ਡੇ ਤੇ ਮੀਟਿੰਗ ਮੀਟਿੰਗ ਪੋਸਟਪੋਨ ਕੀਤੀ ਜਾਏਗੀ। ਜੋ ਵੀ ਅਨਦਰ ਪੁਆਇੰਟਸ ਹੈ ਉਹ ਹੋ ਜਾਣਗੇ। ਠੀਕ ਹੈ, फिर की कह रहे हैं, कॉपी ऑफ द रिपोर्ट ऑफ द एजीएम शैल बी फाइल्ड विद द रजिस्ट्रार इन फॉर्म MGT 14 विदिन 30 डेज। 30 डेज ਤਾਂ ਪੱਕਾ ਹੀ ਹੈ। ਠੀਕ ਹੈ, ਹੁਣ ਤੁਸੀਂ ਕੀ ਕਰੋ, पोस्टल बैलेट वाला पहला डिस्कस करते हैं। पहला पोस्टल बैलेट भी थोड़ा जिहा डिस्कस आपने डिस्कस तो नहीं किया ना पोस्टल बैलेट? No ma'am। भाई बाकी कोई बोलता ही नहीं है, याद ही नहीं है बाकियां नू, है ना। एक तो ਆਪਾਂ ਨੇ VOTING ਕੀਤੀ ਸੀ शो ऑफ हैंड्स। ठीक है, थ्रू इलेक्ट्रॉनिक मीट्स वोटिंग बाय पोल, यानी कि जो बंदे दूर रहने उन्होंने तो मंगवा ली जाएगी वोट। पोस्टल बैलेट का जो प्रोसीजर है वो थोड़ा जा आप डिस्कस कर लेने आ। लो जी, पेज 432 कड्डो अपना। एक मिनट रुको, ये आप ਤੁਸੀਂ
5 to 7 मिनट्स लो, टाइम कितना होया है 6:55 हुए हैं 7:05 तक पेज 433 तो लेके 438 तक पढ़ लो जल्दी 10 मिनट्स जे किसी ने रेजोल्यूशन पहला पढ़ चुके हो सिर्फ बोर्ड मीटिंग 435 तो पढ़ लो कोई डाउट है तो पूछ लो अदरवाइज थिंग्स शुड बी क्लियर टू यू नाउ अपन ने सारा डिस्कस कर लिया और बड़ी डिटेल च डिस्कस किया अपन ने ठीक है शाबाश चलो 10 मिनट लो सारा पढ़ लो